जय गुरु जी संगत जी। गुरु जो करता है वो चंगा ही करता है। गुरु जो करता है वो किसी नूं दसदा नहीं है। गुरु जी दे अनेक तरीके ने। साडी अरदास बेनती जद पूरी करते हैं उन्हां दे बड़े अनेक तरीके ने। समझ वाले पासे नूं जदों आ जाइए तो फिर कोई गल जरूर समझ आती है। ये उदों ही समझ आनी है जद ध्यान साडा गुरु जी वाल पूरा होना, तां ही समझ आती। मैनू अज किसी का फोन आया सवेरे, कहते मैं एक सत्संग तुहानूं सुनाना है। ਉਹਦੇ ਵਿੱਚ गुरु जी ने किस तरह किया देखण विच ते गल सारी समझ आ गई, पर उस तरह गल समझ नहीं आई। मैं क्या इसका जवाब मैं थानू राती देंगा सत्संग दे विच। सो अज मन किया कि वो सत्संग मैं सुनावा। उस तो पहला मेरे नाल भी होया ते पहला उस तो कई होरां नाल भी होया। गुरु जी के अनेक तरीके मैं अपनी जिंदगी च देखे, लोगों के नाल, अपने नाल। एक काम दे अनेक तरीके देखे गुरु जी। जे किसी के हार्ट का ट्रीटमेंट किते वो डिफरेंट टाइप होने। जे किसी की शुगर ठीक की डिफरेंट टाइप होनी। जे किसी का कैंसर ठीक किया तो डिफरेंट टाइप के कल्याण तरीके उन्होंने। होर भी कई ऐसिया चीज़ा, जे किसी का ट्यूमर गायब किया, जे पत्थरियां गायब कीतियां, कुछ भी बड़े बहुत अनेक दिक्कतां ने जड़ियां दुनिया लैके आंदी गुरु जी कोल। पर एक गल दे, एक प्रॉब्लम दे उत्ते गुरु जी दे हर वार तरीके बदल जाने। जो उन्हां दा कहना हुंदा सी, साहिब मेरा नित नवा सदा सदा दाता। वो आप भी नवे किस्म के रोज़ बन जाते सी। उन्हां दे तरीके भी रोज़ कोई ना कोई बदलते रहते सी। एक दिन में 10 बंदे एक प्रॉब्लम वाले आए तो तरीके अलग हो जाने, जो कई तरीके अलग हो जाने। नवापन ये गल्लां दी पहचान है जिहड़ी दसदी है कि परमात्मा का रंग की यह रंग दस्या होया। और वो शब्द भी लगाते होंदे सी, साहिब मेरा नित नवा सदा सदा दाता। वो सदा ही दिंदा रहिंदा है, वो दाता है, दिंदा रहिंदा है। जिन्नी दुनिया मंगदी आ सब नूं दिंदा है, ਜਿਹੜੇ नहीं मंगते उन्होंने भी दिंदा है।
ਉਹ ਸਭ ਨੂੰ ਦਿੰਦਾ ਹੈ, ਪਰ ਰੋਜ਼ ਨਵਾਂ ਹੁੰਦਾ ਹੈ। ਹਰ ਪਲ ਕਈ ਵਾਰ ਨਵਾਂ ਹੋ ਜਾਂਦਾ ਹੈ। ਅੱਜ ਗੁਰੂ ਜੀ ਕੁਝ ਹੋਰ ਹੁੰਦੇ ਸੀ, ਕੱਲ ਕੁਝ ਹੋਰ ਹੋਣਾ, ਸਵੇਰੇ ਕੁਝ ਹੋਰ ਹੋਣਾ, ਦੁਪਹਿਰ ਸ਼ਾਮ ਨੂੰ ਕੁਝ ਹੋਰ ਹੋ ਜਾਣਾ। ਇਸ ਤਰ੍ਹਾਂ ਉਹਨਾਂ ਦਾ ਨਵਾਂਪਨ ਬੜਾ ਦੇਖਿਆ ਹੋਇਆ। ਪਹਿਲਾਂ ਤਾਂ ਸ਼ਬਦ ਸੁਣਦਾ ਸੀ, ਕਹਿਣਾ ਇਹ ਪਤਾ ਨਹੀਂ ਨਵਾਂਪਨ ਜਿਹੜਾ ਹੈ ਇਹ ਕਿਸ ਤਰ੍ਹਾਂ ਆਉਂਦਾ ਹੈ, ਸਤਿਗੁਰੂ 'ਚ ਨਵਾਂਪਨ ਕਿਸ ਤਰ੍ਹਾਂ ਆਉਂਦਾ ਹੈ। ਇੱਕ ਦਿਨ ਸਵੇਰੇ 7:02 ਜਾਂ 5 ਇਹਦੇ ਦੌਰਾਨ 'ਚ ਸਵੇਰੇ ਗੁਰੂ ਜੀ ਤਿਆਰ ਹੋ ਕੇ ਜਲੰਧਰ ਆਪਣੇ ਕਮਰੇ 'ਚੋਂ ਬਾਹਰ ਆ ਜਾਂਦੇ ਸੀ। ਮੈਂ ਅਖਬਾਰ ਲੈ ਕੇ ਪਹਿਲਾਂ ਸਾਰੀ ਸਵੇਰੇ 5 ਵਜੇ, 4:45 ਤੋਂ ਸ਼ੁਰੂ ਕਰਦਾ, ਝਾੜੂ ਲਗਾਉਣਾ ਸਾਰੇ ਪੂਰੇ ਅੰਦਰ ਬਾਹਰ, ਫਿਰ ਡਸਟਿੰਗ ਕਰਨੀ, ਸਾਰੀ ਸੈਟਿੰਗ ਕਰਨੀ, ਫਿਰ ਨਹਾ ਕੇ ਆਪ ਕੱਪੜੇ ਚੇਂਜ ਕਰਨੇ, ਤੇ 7 ਵਜਣ 'ਚ ਜਦੋਂ 5 ਮਿੰਟ ਰਹਿੰਦੇ ਸੀ ਤੇ ਧੂਪ ਬੱਤੀ ਕਰਦੇ, ਬੜੀ ਮੋਟੀ ਧੂਪ ਲਵਾਉਂਦੇ ਹੁੰਦੇ ਸੀ। ਇੰਨਾ ਧੂੰਆਂ ਉਹਦਾ ਹੋ ਜਾਣਾ, ਕਈ ਵਾਰੀ ਹਾਲ 'ਚ ਪਿੱਛੇ ਬੈਠੇ ਬੰਦੇ ਨਜ਼ਰ ਨਹੀਂ ਆਉਂਦੇ ਸੀ। ਉਹਨਾਂ ਨੇ ਬੈਲ ਮਾਰਨੀ ਅੰਦਰੋਂ, ਕਿਉਂਕਿ ਜਦੋਂ ਤਿਆਰ ਹੋਣ ਨਹਾਉਣ ਵਾਸਤੇ ਬਾਥਰੂਮ ਜਾਂਦੇ ਸੀ, ਬਾਹਰੋਂ ਕੁੰਡਾ ਲਵਾ ਲੈਂਦੇ ਸੀ, ਤਾਂ ਅੰਦਰੋਂ ਬੈਲ ਮਾਰਨੀ ਤੇ ਦਰਵਾਜ਼ਾ ਖੋਲ੍ਹ ਦੇਣਾ, ਕੁੰਡਾ ਖੋਲ੍ਹਣਾ, ਤੇ ਉਹਨਾਂ ਨੇ ਅੰਡਰਵੀਅਰ ਬਨਿਆਨ ਹੱਥ 'ਚ ਪਕੜਿਆ ਹੋਣਾ ਤੇ ਦਰਵਾਜ਼ੇ 'ਚ ਆ ਕੇ ਮੈਨੂੰ ਫੜਾ ਦੇਣਾ, ਤੇ ਮੈਂ ਅਖਬਾਰ ਫੜ ਕੇ ਖੜਾ ਹੁੰਦਾ ਸੀ। ਮੈਂ ਅਖਬਾਰ ਗੁਰੂ ਜੀ ਨੂੰ ਨਿਊਜ਼ਪੇਪਰ ਦੇ ਦੇਣਾ, ਤੇ ਅੰਦਰ ਨਾਲ ਹੀ ਚਾਹ ਬਣਾਉਣ ਵਾਸਤੇ ਚਲੇ ਜਾਣਾ, ਤੇ ਚਾਹ ਬਣਾ ਕੇ ਪਹਿਲਾਂ ਉਹਨਾਂ ਨੂੰ ਲਿਆ ਕੇ ਦੇਣੀ, ਫਿਰ ਆਪਣੇ ਗਲਾਸ ਪਾ ਕੇ ਉਦੋਂ ਗੁਰੂ ਜੀ ਨੇ ਆਪਣੇ ਰੂਮ 'ਚ ਆ ਜਾਣਾ, ਤੇ ਮੈਂ ਵੀ ਚਾਹ ਆਪਣੀ ਲੈ ਕੇ ਤੇ ਗੁਰੂ ਜੀ ਦੇ ਕੋਲ ਆ ਕੇ ਬਹਿ ਜਾਣਾ। ਫਿਰ ਅਸੀਂ ਗੱਲਾਂ ਗੁੱਲਾਂ ਕਰਨੀਆਂ, ਅੱਧਾ ਪੌਣਾ ਘੰਟਾ ਸਾਨੂੰ ਬੜਾ ਅੱਛਾ ਮੈਨੂੰ ਇਕੱਲੇ ਨੂੰ ਮਿਲਦਾ ਸੀ ਸਵੇਰ ਦੇ ਟਾਈਮ। ਤਾਂ ਫਿਰ 8 ਤੋਂ ਲੈ ਕੇ 8:30 ਤੱਕ ਗੇਟ ਜਦੋਂ ਹੁਕਮ ਕਰਨਾ, ਗੇਟ ਖੋਲ੍ਹਦੇ ਬਾਹਰ ਦਾ, ਤਾਂ ਗੇਟ ਖੋਲ੍ਹ ਦੇਣਾ ਤੇ ਸੰਗਤ ਆਉਣੀ ਸ਼ੁਰੂ ਹੋ ਜਾਂਦੀ ਸੀ। ਤੇ ਇੱਕ ਦਿਨ ਮੈਂ ਇਸ ਤਰ੍ਹਾਂ ਅਖਬਾਰ ਪਕੜਾਈ, ਅੰਡਰਵੀਅਰ ਬਨੈਣ ਪਕੜਿਆ, ਤੇ ਗੁਰੂ ਜੀ ਜਿਸ ਤਰ੍ਹਾਂ ਮੇਰੇ ਅੱਗੇ ਨੂੰ ਨਿਕਲ ਕੇ ਗਏ ਹਾਲ ਵਾਲੇ ਦਾ ਸਰੀਰ ਇੰਨਾ ਮੋਟਾ ਤਕੜਾ, ਇਸ ਤਰ੍ਹਾਂ ਦੀ ਚਾਲ, ਬਿਲਕੁਲ ਉਹ ਵਾਲੀ ਚਾਲ ਤੇ ਸਰੀਰ, ਇੱਕ ਬੜਾ ਵੱਡਾ ਰੈਸਲਰ ਪਹਿਲਵਾਨ ਦਾ ਸਰੀਰ ਹੁੰਦਾ, ਇਸ ਤਰ੍ਹਾਂ ਦਾ ਸਰੀਰ, ਤੇ ਚਾਲ ਵੀ ਉਹਨਾਂ ਦੀ ਬਾਹਾਂ ਥੋੜ੍ਹੀ ਫੈਲਾ ਕੇ ਤੇ ਪਹਿਲਵਾਨ ਵਾਲੀ ਚਾਲ ਚੱਲਦੇ ਅੰਦਰ ਨੂੰ ਚਲੇ ਗਏ। ਮੈਂ ਕਿਚਨ ਨੂੰ ਅਜੇ ਮੁੜਨ ਲੱਗਾ ਸੀ ਤੇ ਉਹਨਾਂ ਦਾ ਸਰੀਰ ਨਵਾਂ ਦੇਖਿਆ ਉਸ ਦਿਨ, ਤੇ ਮੈਂ ਰੁਕ ਗਿਆ ਤੇ ਮੈਂ ਵੇਖਦਾ ਰਿਹਾ ਖੜਾ ਹੋ ਕੇ, ਇਹ ਗੁਰੂ ਜੀ ਅੱਜ ਕੀ ਬਣ ਕੇ ਆਏ। ਇਹ ਤਾਂ ਮੇਰਾ ਹੀ ਪਹਿਲਵਾਨ ਵਰਗਾ ਸਰੀਰ ਬਣਿਆ ਹੋਇਆ। ਸੋ ਖੜਾ ਵੇਖਦਾ ਰਿਹਾ, ਉੱਤੋਂ ਅੰਦਰੋਂ ਕੀੜਾ ਕੱਢ ਕੇ ਅੱਗੇ ਆਏ, ਫਿਰ ਉੱਥੋਂ ਦਰਵਾਜ਼ੇ 'ਚੋਂ ਫਿਰ ਹਾਲ ਦੇ ਅੰਦਰ ਵਾਪਸ ਚਲੇ ਗਏ। ਮੈਂ ਇੱਕਦਮ ਯਾਦ ਆਇਆ ਵੀ ਪਹਿਲਾਂ ਤਾਂ ਚਾਹ ਪ੍ਰਸ਼ਾਦ ਬਣਾਉਣਾ ਗੁਰੂ ਜੀ ਦਾ। ਮੈਂ ਚਾਹ ਬਣਾਉਣ ਵਾਸਤੇ ਅੰਦਰ ਚਲਾ ਗਿਆ, ਮੈਂ ਬਣਾ ਕੇ ਲੈ ਕੇ ਆਇਆ, ਤੇ ਟਰੇ ਦੇ ਵਿੱਚ ਅਜੇ ਲੌਬੀ 'ਚ ਸੀ, ਤੇ ਮੈਂ ਟਰੇ ਅੱਗੇ ਕੀਤੀ। ਮੈਂ ਪਹਿਲਾਂ ਜਾਂਚ ਕੀਤੀ, ਗੁਰੂ ਜੀ ਕਮਰੇ 'ਚ ਨਹੀਂ ਜਾ ਰਹੇ, ਤਾਂ ਮੈਂ ਉਹਨਾਂ ਨੂੰ ਚਾਹ ਪੇਸ਼ ਕੀਤੀ। ਉਹਨਾਂ ਨੇ ਬੜੇ ਸਟਾਈਲ ਦੇ ਨਾਲ ਇਸ ਤਰ੍ਹਾਂ ਗਲਾਸ ਚੁੱਕਿਆ ਤੇ ਚੁਸਕੀ ਮਾਰੀ, ਤੇ ਮੇਰੇ ਵੱਲ ਲੈ ਕਰਕੇ ਤਿਰਛੀ ਨਜ਼ਰ ਨਾਲ ਵੇਖਦੇ ਸੀ ਬਾਰ-ਬਾਰ। ਫਿਰ ਅੰਦਰ ਚਲੇ ਗਏ, ਮੈਂ ਆਪਣੀ ਚਾਹ ਲੈ ਕੇ ਆ ਗਿਆ। ਇਹਨੇ ਬਾਅਦ ਥੋੜ੍ਹੀ ਦੇਰ ਬਾਅਦ ਚਾਹ ਪੀਂਦੇ ਪੀਂਦੇ ਗੁਰੂ ਜੀ ਆਪਣੇ ਰੂਮ 'ਚ ਆਪਣੇ ਬੈੱਡ 'ਤੇ ਆ ਕੇ ਬਹਿ ਗਏ। ਮੈਂ ਵੀ ਆ ਕੇ ਬਹਿ ਗਿਆ। ਮੈਂ ਕਿਹਾ, ਗੁਰੂ ਜੀ ਅੱਜ ਤੁਹਾਡਾ ਇਹ ਕਿਹੜਾ ਰੂਪ ਬਣਿਆ ਹੋਇਆ ਸਰੀਰ ਦਾ? ਕਹਿੰਦੇ ਕਿਉਂ? ਮੈਂ ਕਿਹਾ, ਗੁਰੂ ਜੀ ਜਿਸ ਤਰ੍ਹਾਂ ਪਹਿਲਵਾਨ ਦਾ ਸਰੀਰ ਹੁੰਦਾ, ਇਸ ਤਰ੍ਹਾਂ ਦਾ ਸਰੀਰ ਬਣਿਆ ਹੋਇਆ। ਚਾਲ ਵੀ ਤੁਹਾਡੀ ਪਹਿਲਵਾਨ ਵਾਲੀ। ਅੱਜ ਗੁਰੂ ਜੀ ਨਵਾਂ ਹੀ ਪਨ ਦੇਖਿਆ ਤੁਹਾਡਾ ਮੈਂ। ਤਾਂ ਮੈਨੂੰ ਕਹਿੰਦੇ, ਉਹ ਤੂੰ ਜਦੋਂ ਸ਼ਬਦ ਲਗਾਉਣਾ ਹੈ, ਸਾਹਿਬ ਮੇਰਾ ਨਿਤ ਨਵਾਂ, ਤੇ ਕਦੇ ਤੂੰ ਬੈਠਾ ਤੂੰ ਕਈਆਂ ਦਿਨਾਂ ਤੋਂ ਸੋਚਦਾ ਰਹਿਣਾ ਹੈ ਕਿ ਨਵਾਂਪਨ ਸਤਿਗੁਰ ਦਾ ਕਿੱਦਾਂ ਦਾ ਹੁੰਦਾ ਹੈ, ਤੇ ਅੱਜ ਵੇਖ ਲਿਆ ਨਵਾਂਪਨ। ਕਹਿੰਦੇ ਮੇਰਾ ਨਵਾਂਪਨ ਰੋਜ਼ ਹੁੰਦਾ, ਪਰ ਤੂੰ ਕਦੀ ਖਿਆਲ ਨਹੀਂ ਕੀਤਾ। ਪਰ ਅੱਜ ਤੈਨੂੰ ਮੈਂ ਖਿਆਲ ਕਰਨ ਵਾਲਾ
ਸੀਨ ਦਿਖਾ ਦਿੱਤਾ, ਆਪਣੇ ਆਪ ਨੂੰ ਮੈਂ ਵਿਖਾ ਦਿੱਤਾ। ਅੱਜ ਤੈਨੂੰ ਪਤਾ ਲੱਗਾ ਕਿ ਨਵਾਂਪਨ ਹੈਗਾ। ਮੈਂ ਬੜਾ ਹੈਰਾਨ ਹੋਇਆ। ਮੈਂ ਕਿਹਾ ਇਹ ਅੰਦਰ ਦੀਆਂ ਗੁਰੂ ਜੀ ਪਹਿਲੀ ਗੱਲ ਤਾਂ ਕਿੰਨਾ ਜਾਣਦੇ ਆ ਗੁਰੂ ਜੀ। ਇਹ ਸ਼ੰਕਾ ਮੇਰੀ ਉਦੋਂ ਪੂਰੀ, ਜਿਹੜੀ ਥੋੜ੍ਹੀ ਬਹੁਤੀ ਕਸਰ ਰਹੀ ਹੋਏਗੀ ਤੇ ਉਹ ਵੀ ਮੇਰੀ ਮਿਟ ਗਈ ਸੀ ਉਦੋਂ, ਕਿ ਇਹ ਤੇ ਅੰਦਰ ਦੀਆਂ ਪੂਰੀਆਂ ਜਾਣਦੇ ਨੇ। ਤੁਸੀਂ ਜਰਾ ਜਿਹਾ ਕੋਈ ਖਿਆਲ ਲਿਆ ਨਹੀਂ ਤਾਂ ਉਧਰ ਸਾਰਾ ਹੀ ਪਤਾ ਹੈ ਉਹਨਾਂ ਨੂੰ, ਉਹਦਾ ਸਭ ਜਾਣਦੇ ਨੇ। ਮੈਂ ਕਿਹਾ ਹਾਂਜੀ ਗੁਰੂ ਜੀ। ਮੈਂ ਜ਼ਰੂਰ ਸੋਚਦਾ ਸੀ ਵੀ ਨਵਾਂਪਨ ਕੀ ਆਉਂਦਾ ਵਿੱਚ। ਉਹ ਸਤਿਗੁਰ ਜਿਹੜਾ ਨਵਾਂਪਨ ਦਿਖਾਉਂਦਾ ਹੈ, ਤੇ ਕਹਿੰਦੇ ਵੇਖ ਲਿਆ ਫਿਰ ਅੱਜ? ਮੈਂ ਕਿਹਾ ਹਾਂਜੀ ਵੇਖ ਲਿਆ। ਗੱਲ ਉੱਥੇ ਰੁਕ ਗਈ, ਬੰਦ ਹੋ ਗਈ। ਪਰ ਉਹ ਮੈਂ ਸਾਰਾ ਦਿਨ, ਉਹ ਮੇਰੀ ਗੱਲ ਸਾਰਾ ਦਿਨ ਦਿਮਾਗ 'ਚ ਮੇਰੇ ਘੁੰਮਦੀ ਰਹੀ, ਰਾਤ ਵੀ ਘੁੰਮਦੀ ਰਹੀ। ਤੇ ਫਿਰ ਇੱਕ ਗੱਲ ਸਮਝ ਆਈ ਕਿ ਸਾਹਿਬ ਮੇਰਾ ਨਿਤ ਨਵਾਂ। ਸਾਹਿਬ ਕਿਹਨੂੰ ਕਹਿੰਦੇ? ਦੋ ਵਰਡ ਨੇ, ਇੱਕ ਸਾਹਿਬ ਹੈ, ਇੱਕ ਸਾਹਬ ਹੈ। ਆਓ ਸਾਹਿਬ ਜੀ, ਉਹ ਸਾਹਬ ਬੁਲਾਉਂਦੇ ਨੇ। ਇਹ ਹੈਗੇ ਦੁਨਿਆਵੀ ਅਫਸਰ, ਆਪਣੇ ਤੋਂ ਵੱਡੇ। ਇਹ ਉਹ ਸਾਹਬ ਹੁੰਦੇ ਨੇ। ਤੇ ਜਿਹੜਾ ਸਾਹਿਬ ਆ, ਇਹ ਪਰਮਾਤਮਾ ਨੂੰ ਕਿਹਾ, ਉਸ ਮਾਲਕ ਨੂੰ ਕਿਹਾ ਗਿਆ, ਸਾਹਿਬ ਮੇਰਾ ਨਿਤ ਨਵਾਂ। ਹੁਣ ਉਹ ਤੇ ਨਿਰਾਕਾਰ ਹੈ, ਉਹਦਾ ਤਾਂ ਕੋਈ ਰੂਪ ਨਹੀਂ ਹੈ। ਉਹ ਜਿਹਨੂੰ ਦਰਸ਼ਨ ਵੀ ਦਿੰਦਾ ਤੇ ਪ੍ਰਕਾਸ਼ ਰੂਪ 'ਚ ਦਰਸ਼ਨ ਦਿੰਦਾ ਹੈ। ਹੁਣ ਉਹਦਾ ਰੰਗ ਕਿਸ ਤਰ੍ਹਾਂ ਪਤਾ ਲੱਗੇਗਾ? ਉਹ ਇਸੇ ਤਰ੍ਹਾਂ ਹੀ ਜਦੋਂ ਦੁਨੀਆ ਦੇ ਉੱਤੇ ਆਉਂਦਾ ਹੈ, ਸਾਡੇ ਲੋਕਾਂ ਦੀ ਜ਼ਰੂਰਤ ਹੁੰਦੀ, ਉਹਦੀ ਸਾਨੂੰ ਲੋੜ ਹੁੰਦੀ, ਉਹ ਸਾਡੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਵਾਸਤੇ ਜਦੋਂ ਦੁਨੀਆ 'ਚ ਜ਼ਿਆਦਾ ਜ਼ਰੂਰਤਾਂ ਪੈਦਾ ਹੋ ਜਾਂਦੀਆਂ ਨੇ, ਹਰ ਇਨਸਾਨ ਦੇ ਅੰਦਰ ਪੈਦਾ ਹੋ ਜਾਂਦੀ, ਦੁਖੀ, ਪਰੇਸ਼ਾਨ, ਇਹ ਜਦੋਂ ਇਨਸਾਨ ਹੁੰਦੇ ਨੇ ਤੇ ਫਿਰ ਉਹ ਫਿਰ ਸਾਡੇ ਤੇ ਦਇਆ ਕਰਕੇ ਆਉਂਦਾ ਹੈ, ਤੇ ਕਿਸੇ ਨਾ ਕਿਸੇ ਰੂਪ ਵਿੱਚ ਆਉਂਦਾ ਹੈ। ਤੇ ਉਹ ਆਉਂਦਾ ਹੈ ਤੇ ਅੱਜ ਇਸ ਰੂਪ ਦੇ ਵਿੱਚ ਆਇਆ ਤਾਂ ਸਾਹਿਬ ਆਇਆ ਹੋਇਆ, ਮਾਲਕ ਆਇਆ ਹੋਇਆ, ਤੇ ਉਹ ਫਿਰ ਨਿਤ ਨਵਾਂ ਇਸ ਰੂਪ ਦੇ ਵਿੱਚ ਦਿਖਾਉਂਦਾ ਹੈ ਕਿ ਨਿਤ ਨਵਾਂ। ਉੱਥੇ ਵੀ ਨਿਤ ਨਵਾਂ ਹੈ ਗੁਰੂ ਜੀ, ਇਸ ਵੇਲੇ ਵੀ ਨਿਤ ਨਵਾਂ। ਉਹਨਾਂ ਦਾ ਰੰਗ ਕੋਈ ਨਾ ਕੋਈ ਚੱਲਦਾ ਰਹਿੰਦਾ, ਪਰ ਕੋਈ ਉਹਨਾਂ ਨੂੰ ਵੇਖੇ ਤਾਂ ਪਤਾ ਚੱਲੇ, ਨਹੀਂ ਤੇ ਸੁਣ ਕੇ ਸਮਝ ਲੈਣਾ। ਇਸ ਤਰ੍ਹਾਂ ਗੁਰੂ ਜੀ ਨੇ ਨਵਾਂਪਨ ਵਿਖਾਇਆ। ਬੱਚਿਆਂ ਨਾਲ ਬੱਚੇ ਬਣ ਜਾਣਾ, ਸਿਆਣਿਆਂ ਨਾਲ ਸਿਆਣੇ ਬਣ ਜਾਣਾ। ਕੋਈ ਸਟੂਡੈਂਟ ਆਉਂਦੇ ਸੀ, ਬੜੇ ਆਉਂਦੇ ਸੀ ਪਰਿਵਾਰ ਦੇ ਨਾਲ, ਉਹਨਾਂ ਨਾਲ ਸਟੂਡੈਂਟ ਵਰਗੇ ਬਣ ਜਾਣਾ। ਉਹਨਾਂ ਨੇ ਗੱਲਬਾਤ ਹੀ ਉਹਨਾਂ ਨੇ ਉਹਦੇ ਸਬਜੈਕਟ ਦੀ ਕਰਨੀ। ਇਹ ਸਾਰੇ ਨਵੇਂਪਨ ਨੇ। ਹਰ ਤਰ੍ਹਾਂ ਦੀ ਕਲਾ, ਹਰ ਤਰ੍ਹਾਂ ਦੀ ਉਹਨਾਂ ਦੇ ਕੋਲ ਯੋਗਤਾ ਹੈ ਕਿ ਜਿਹੜਾ ਉਹ ਜੋ ਵੀ ਉਹ ਚਾਹੁੰਦੇ ਨੇ ਉਹ ਕਰਦੇ ਨੇ। ਹੁਣ ਮੈਂ ਇੱਕ ਸਤਸੰਗ ਤੁਹਾਨੂੰ ਸੁਣਾਉਂਦਾ। ਜਿਹੜਾ ਫੋਨ ਆਇਆ ਸੀ ਤਾਂ ਉਹਨਾਂ ਨੇ ਦੱਸਿਆ ਕਿ ਹਸਪੀਟਲ ਦਾਖਲ ਸੀ। ਅੰਦਰੋਂ ਇੱਕ ਸ਼ੀਸ਼ੇ 'ਚੋਂ ਨਿਕਲ ਕੇ ਗੁਰੂ ਜੀ ਆਏ ਤੇ ਕੋਟ ਪਾਇਆ ਹੋਇਆ, ਚਿੱਟੇ ਰੰਗ ਦਾ ਡਾਕਟਰ ਵਾਲਾ ਪਾਇਆ ਹੋਇਆ, ਤੇ ਆ ਕੇ ਉਹਨਾਂ ਦਾ ਕੰਮ ਕਰਕੇ ਤੇ ਉਹ ਵਾਪਸ ਉਧਰ ਚਲੇ ਗਏ। ਉਹਨਾਂ ਦਾ ਖਿਆਲ ਇਹ ਸੀ ਕਿ ਇਹ ਕੋਈ ਸੱਚਮੁੱਚ ਹੈ ਇਸ ਤਰ੍ਹਾਂ ਕਿ ਮੇਰਾ ਖਿਆਲ ਹੈ ਇਸ ਤਰ੍ਹਾਂ, ਇਹ ਸੱਚਮੁੱਚ ਹੈ ਇਸ ਤਰ੍ਹਾਂ। ਗੁਰੂ ਮਹਾਰਾਜ ਆਉਂਦੇ ਨੇ, ਬਹੁਤੀ ਵਾਰੀ ਪਤਾ ਨਹੀਂ ਚੱਲਦਾ, ਕਿਉਂਕਿ ਸਾਡੀ ਵੇਖਣ ਵਾਲੀ ਉਹ ਅੱਖ ਨਹੀਂ, ਸਮਝਣ ਵਾਲੀ ਮਤ ਨਹੀਂ। ਬਹੁਤ ਵਾਰੀ ਇਸੇ ਤਰ੍ਹਾਂ ਹੀ ਕਰਦੇ, ਤੇ ਜਿਹਨੂੰ ਵਿਖਾਣਾ ਹੈ ਉਹਨੂੰ ਵਿਖਾ ਵੀ ਦੇਣਾ। ਮੌਜ ਹੁੰਦੀ। ਮੇਰੇ ਨਾਲ ਇਸ ਤਰ੍ਹਾਂ ਹੋਇਆ। ਮੈਂ ਸ਼ਾਰਟ ਵਿੱਚ ਸੁਣਾਵਾਂਗਾ। ਅੱਜ 8:30 ਵਜੇ ਮੇਰਾ ਦੂਸਰਾ ਸਤਸੰਗ ਹੈ, ਤੇ ਟਾਈਮ ਦੀ ਅੱਜ ਥੋੜ੍ਹੀ ਜਿਹੀ ਮੈਂ ਤੁਹਾਡੇ ਕੋਲੋਂ ਮਾਫੀ ਲੈਣੀ ਹੈ। ਅਗਲੀ ਵਾਰੀ ਕਸਰ ਮੈਂ ਤੁਹਾਡੀ ਸਭ ਪੂਰੀ ਕਰਾਂਗਾ। ਮੇਰਾ ਗਾਲ ਬਲੈਡਰ ਦਾ ਆਪਰੇਸ਼ਨ ਸੀ। ਕਈ ਡਾਕਟਰਾਂ ਕੋਲ ਮੈਂ ਗਿਆ ਸੀ ਤਾਂ ਉਹਨਾਂ ਨੇ ਇੱਕ ਗੱਲ ਤੋਂ ਮਨਾ ਕਰ ਦਿੱਤਾ ਕਿ
ਤੁਸੀਂ ਹਾਰਟ ਦੀ ਦਵਾਈ ਖਾਂਦੇ ਹੋ ਤੇ ਸਟ੍ਰੈਸ ਟੈਸਟ ਕਰਾਓ, ਅਗਰ ਉਹ ਠੀਕ ਹੋਇਆ ਤੇ ਕਰਾਂਗੇ, ਨਹੀਂ ਤੇ ਨਹੀਂ। ਉਹਦੇ ਵਿੱਚੋਂ ਮੈਂ ਪਾਸ ਨਹੀਂ ਹੋਇਆ, ਉਹ ਫੇਲ ਸੀ ਟੈਸਟ, ਤੇ ਕੋਈ ਡਾਕਟਰ ਹਾਂ ਨਹੀਂ ਕਰਦਾ ਸੀ। ਮੈਕਸ ਸਾਕੇਤ ਵਾਲਾ ਦਿੱਲੀ 'ਚ, ਉੱਥੇ ਡਾਕਟਰ ਚੌਬੇ, ਉਹਨਾਂ ਕੋਲ ਗਏ, ਉਹਨਾਂ ਨੇ ਵੀ ਮਨਾ ਕਰ ਦਿੱਤਾ। ਉਹਨਾਂ ਨੇ ਆਪਣੇ ਹਾਰਟ ਸਪੈਸ਼ਲਿਸਟ ਕੋਲ ਭੇਜਿਆ, ਉਹਨਾਂ ਨੇ ਕਹਿ ਦਿੱਤਾ ਜੀ ਅਸੀਂ ਤੁਹਾਨੂੰ ਕਲੀਅਰੈਂਸ ਨਹੀਂ ਦਿਆ। ਉਹਨੇ ਕਹਿ ਦਿੱਤਾ ਜੀ ਮੈਂ ਨਹੀਂ ਕਰਨਾ। ਪਰ ਸਾਡਾ ਮਨ ਬਣ ਗਿਆ, ਹਫ਼ਤੇ ਤੱਕ ਅਸੀਂ ਪੈਸੇ ਜਮ੍ਹਾਂ ਕਰਾਤੇ ਵੀ ਪੈਸੇ ਦੇ ਲਾਲਚ ਨੂੰ ਕਰ ਦੇਣਗੇ। ਜੇ ਕੋਈ ਛੋਟੀ ਮੋਟੀ ਕੋਈ ਦਿੱਕਤ ਆਏਗੀ ਤਾਂ ਇਹਨਾਂ ਕੋਲ ਬੜੀ ਵੱਡੀ ਟੀਮ ਹੈ, ਆਪੇ ਸੰਭਾਲ ਲੈਣਗੇ। ਜੇ ਵੈਸੇ ਵੀ ਦਿੱਕਤ ਆ ਜਾਏ ਤਦ ਵੀ ਤਾਂ ਅਸੀਂ ਸੰਭਾਲਣ ਵਾਸਤੇ ਹਸਪੀਟਲ ਜਾਣਾ ਹੀ ਹੈ। ਅਸੀਂ ਪੈਸੇ ਜਮ੍ਹਾਂ ਕਰਾਤੇ। ਜਦ ਮੇਰੀ ਵਾਰੀ ਆਈ, ਫਾਈਲ ਦੇਖੀ, ਉਹਨੇ ਫਿਰ ਫਾਈਲ ਵਾਪਸ ਕਰਤੀ, ਕਹਿੰਦਾ ਜੀ ਮੈਂ ਨਹੀਂ ਕਰਾਂਗਾ। ਮੈਨੂੰ ਆ ਕੇ ਕਿਹਾ, ਮੇਰੇ ਲੜਕੇ ਨੇ, ਸੰਗਤ ਦੇ ਸੀ ਸੱਜਣ, ਉਹਨਾਂ ਨੇ ਕਿਹਾ, ਕਹਿੰਦਾ ਜੀ ਬੈਗ ਪੈਕ ਕਰ ਲਓ, ਮਨਾ ਕਰ ਦੇ। ਮੈਂ ਕਿਹਾ ਜੋ ਗੁਰੂ ਜੀ ਦੀ ਇੱਛਾ। ਮੈਂ ਬੈਗ ਪੈਕ ਕਰਨ ਲੱਗਿਆ, ਪਤਾ ਨਹੀਂ ਉਹਨਾਂ ਨੂੰ ਕੀ ਹੋਇਆ, ਉਹ ਦੁਬਾਰਾ ਫਿਰ ਚਲੇ ਗਏ। ਜਾ ਕੇ ਕਹਿੰਦੇ ਡਾਕਟਰ ਸਾਹਿਬ ਅਗਰ ਕੱਲ੍ਹ ਨੂੰ ਕੋਈ ਇਹਦੇ 'ਚ ਚੇਂਜ ਆ ਜਾਏ ਤੇ ਬੰਦੇ ਦੀ ਹਾਲਤ ਐਸੀ ਹੋ ਜਾਏ ਕਿ ਬਚਣਾ ਕਿ ਨਹੀਂ ਬਚਣਾ, ਤਦ ਵੀ ਨਹੀਂ ਕਰੋਗੇ ਤੁਸੀਂ। ਤੇ ਜੇ ਉਦੋਂ ਕਰੋਗੇ ਤੇ ਸਾਡੇ ਕਹਿਣ ਤੇ ਹੁਣੇ ਹੀ ਕਰ ਦਿਓ। ਕੋਈ ਕਲੀਅਰੈਂਸ ਹੀ ਨਹੀਂ ਦੇ ਰਿਹਾ ਤਾਂ ਹੁਣ ਇਸ ਮਰੀਜ਼ ਦਾ ਕੀ ਕਰੀਏ। ਕੁਛ ਪਰ ਸੁਣ ਕੇ ਜੋਸ਼ ਵਿੱਚ ਬੋਲਿਆ, ਲਿਆਓ ਮਰੀਜ਼ ਨੂੰ, ਮੈਂ ਕਰਾਂਗਾ ਆਪਰੇਸ਼ਨ। ਫਿਰ ਆਏ ਮੇਰੇ ਕੋਲ, ਅੰਕਲ ਤੁਸੀਂ ਨਾ ਇੱਕ ਵਾਰੀ ਚੰਗੀ ਤਰ੍ਹਾਂ ਸੋਚ ਲੈਣਾ, ਇਹ ਬੜਾ ਰਿਸਕੀ ਹੈ, ਹਾਂ ਜਾਂ ਨਾ ਸੋਚ ਕੇ ਕਰਨਾ। ਮੈਂ ਕਿਹਾ ਜੋ ਗੁਰੂ ਜੀ ਦੀ ਇੱਛਾ। ਅਸੀਂ ਆਪਣੀ ਇੱਛਾ ਨਹੀਂ ਰੱਖਣੀ, ਆਪਣੀ ਇੱਛਾ ਦੀ ਸਾਨੂੰ ਇੰਨੀ ਸਮਝ ਨਹੀਂ, ਨਾ ਅਸੀਂ ਆਪਣੀ ਰਖਵਾਲੀ ਕਰ ਸਕਦੇ ਹਾਂ, ਨਾ ਆਪਣੇ ਆਪ ਨੂੰ ਅਸੀਂ ਬਚਾ ਸਕਦੇ ਹਾਂ। ਆਪਣੇ ਉੱਪਰ ਕੋਈ ਗੱਲ ਨਹੀਂ ਲੈਣੀ। ਜੋ ਗੁਰੂ ਜੀ ਦੀ ਇੱਛਾ, ਜੋ ਗੁਰੂ ਜੀ ਕਰਨਗੇ ਉਹੋ ਹੀ ਹੋਣਾ, ਕਿਉਂਕਿ ਗੁਰੂ ਕਰੇ ਸੋ ਹੋਏ। ਮੈਂ ਸਾਈਨ ਕਰ ਦਿੱਤੇ ਪੇਪਰ 'ਤੇ। ਥੋੜ੍ਹੀ ਦੇਰ ਬਾਅਦ ਅੰਦਰ ਚਲੇ ਗਏ। ਇੱਕ ਡਾਕਟਰ ਦੀ ਟੀਮ ਆਈ, 8-10 ਡਾਕਟਰ, ਉਹ ਸਭ ਨੇ ਫਾਈਲ ਦੇਖੀ ਜਾਣ, ਇੱਕ ਦੋ ਕਰਕੇ ਸਾਰੇ ਚਲੇ ਗਏ। ਕਿਸੇ ਨੇ ਫਾਈਲ 'ਤੇ ਸਾਈਨ ਨਾ ਕੀਤੇ। ਥੋੜ੍ਹੀ ਦੇਰ ਬਾਅਦ ਇੱਕ ਬੰਦਾ ਮੇਰੇ ਬੈੱਡ ਨੂੰ ਨੇ ਪੁਸ਼ ਕੀਤਾ OT 'ਚ ਜਾਣ ਵਾਸਤੇ, ਤੇ ਮੈਂ ਸਮਝ ਗਿਆ ਕਿ ਆਪਰੇਸ਼ਨ ਨਿਸ਼ਚਿਤ ਹੈ। ਤਾਂ ਮੈਂ ਹੱਥ ਜੋੜ ਕੇ ਗੁਰੂ ਜੀ ਨੂੰ ਕਿਹਾ, ਮੈਂ ਕਿਹਾ ਗੁਰੂ ਜੀ ਮੇਰੇ ਨਾਲ ਤੁਸੀਂ ਰਹਿਣਾ, ਗੁਰੂ ਜੀ ਆਪਰੇਸ਼ਨ ਲਈ ਲੈ ਚੱਲੇ ਨੇ, ਹੁਣ ਤੁਸੀਂ ਮੇਰੇ ਨਾਲ ਰਹਿਣਾ। ਤੁਸੀਂ ਉਹਨੇ ਬੈੱਡ ਰੋਕਿਆ, ਪਿੱਛੇ ਪਤਾ ਨਹੀਂ ਕੋਈ ਪੇਪਰ ਲੈ ਕੇ ਆਇਆ। ਮੈਂ ਉਹਨੂੰ ਪਿੱਛੇ ਮੁੜ ਕੇ ਦੇਖਿਆ ਕਿ ਬੈੱਡ ਕਿਉਂ ਰੋਕਿਆ, ਤੇ ਮੈਂ ਪਿੱਛੇ ਮੁੜਿਆ ਤੇ ਦੇਖਿਆ ਤੇ ਮੇਰੇ ਪਿੱਛੇ ਜੀ ਯੈਲੋ ਵਰਗਾ ਇੱਕ ਸੂਟ ਪਾਇਆ ਹੋਇਆ ਤੇ ਮੇਰੇ ਪਿੱਛੇ ਖੜੇ। ਉਹਨਾਂ ਦਰਸ਼ਨ ਦਿੱਤੇ, ਇੰਨੇ ਨੂੰ ਬੰਦਾ ਵਾਪਸ ਆ ਗਿਆ ਸੀ। ਬਸ ਇੱਕ ਦਰਸ਼ਨ ਦਿੱਤੇ ਉਹਨਾਂ ਨੇ, ਇਹ ਦਿਖਾਣਾ ਸੀ ਕਿ ਦੇਖ ਤੂੰ ਕਿਹਾ ਤੇ ਮੈਂ ਤੇਰੇ ਨਾਲ ਹਾਂ, ਮੈਂ ਤੇਰੇ ਕੋਲ ਹਾਂ, ਘਬਰਾ ਨਾ। ਅੰਦਰ ਲੈ ਗਏ। ਜਦ ਆਪਰੇਸ਼ਨ ਟੇਬਲ 'ਤੇ ਲਿਟਾਇਆ ਤਾਂ ਮੈਂ ਸਮਝ ਗਿਆ ਕਿ ਹੁਣ ਇਹਨਾਂ ਨੇ ਆਪਰੇਸ਼ਨ ਦੀ ਤਿਆਰੀ ਕਰਨੀ। ਮੈਂ ਫਿਰ ਹੱਥ ਜੋੜ ਲਏ ਤੇ ਮੈਂ ਕਿਹਾ ਗੁਰੂ ਜੀ ਆਪਰੇਸ਼ਨ ਡਾਕਟਰ ਦੇ ਹੱਥ ਨਾ ਕਰਨ, ਤੁਹਾਡੇ ਹੱਥ ਕੰਮ ਕਰਨ। ਗੁਰੂ ਜੀ ਮੇਰੀ ਇਹ ਮੰਗ ਹੈ। ਮੈਂ ਬੇਹੋਸ਼ ਹੋ ਗਿਆ। ਕਦੋਂ ਆਪਰੇਸ਼ਨ ਹੋਇਆ, ਕਦੋਂ ਬਾਹਰ ਲਿਆਏ, ਮੈਨੂੰ ਹੋਸ਼ ਆਈ ਤਾਂ ਮੈਂ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਦੇਖਿਆ ਤੇ ਮੈਂ ਪਿੱਛੇ ਮੁੜ ਕੇ ਦੇਖਿਆ ਤੇ ਉਹੀ ਇੱਕ ਬਹੁਤ ਹੀ ਛੋਟੀ ਜਿਹੀ ਝਲਕ ਦਿੱਤੀ, ਕਹਿੰਦੇ ਹਾਂ ਮੈਂ ਤੇਰੇ ਨਾਲ ਹੀ ਹਾਂ, ਤੂੰ ਘਬਰਾ ਨਾ। ਝਲਕ ਦਿੱਤੀ ਤੇ ਚਲੇ ਗਏ। ਕਮਰੇ ਸ਼ਿਫਟ ਕੀਤਾ। ਥੋੜੀ ਦੇਰ ਬਾਅਦ ਚਾਹ ਪਿਲਾਈ ਮੈਨੂੰ ਨਰਸ ਨੇ, ਕਹਿੰਦੇ ਉੱਠ ਕੇ ਬਾਹਰ ਸੈਰ ਕਰੋ। ਮੈਂ ਸੈਰ ਕਰਨ ਚਲਾ ਗਿਆ।
मेरे कोई तकलीफ नहीं, कोई खिंच नहीं, कोई दर्द नहीं, कोई कुछ नहीं, स्टिफनेस नहीं, मैं नॉर्मल जिदा पहला सी। मैं तेज भी चलिया, हौली भी चलिया, टेढ़ा मेढ़ा होके देखिया, मैनू कोई तकलीफ ना। मेरे मन च आया भी पता नहीं ऑपरेशन शायद किया ही नहीं, उदा ही वापस भेज दिता। मैं घरदिਆਂ ਨੂੰ ਪੁੱਛਿਆ ਮੇਰਾ ਆਪਰੇਸ਼ਨ ਹੋਇਆ, ਉਹਨਾਂ ਨੇ ਇੱਕ ਛੋਟੀ ਜਿਹੀ ਸ਼ੀਸ਼ੀ ਐਡੀ ਕੁ ਦਿਖਾਈ ਕਿ ਉਹਦੇ ਵਿੱਚ 3 ਪੀਸ ਰੁਦਰਾਕਸ਼ ਦੇ, ਕਹਿੰਦੇ ਜੀ ਇਹ ਅੰਦਰੋਂ ਨਿਕਲੇ ਨੇ। ਮੈਂ ਬੜਾ ਹੈਰਾਨ ਹੋਇਆ ਦੇਖ ਕੇ। ਕਹਿੰਦੇ ਅਸੀਂ ਵੀ ਬੜੇ ਹੈਰਾਨ ਆ, ਇਹ ਰੁਦਰਾਕਸ਼ ਨੇ ਨਿਰੇ, ਵਾਕਿਆ ਰੁਦਰਾਕਸ਼। ਸ਼ਾਮੀ 7 ਵਜੇ ਡਾਕਟਰ ਚੌਬੇ ਆਏ, हंसते हुए अंदर आए। क्या हाल है आपका? मैं कहा जी हाल तो बहुत बढ़िया, पहले ये बताओ कि आपने ऑपरेशन किया है मेरा। कहता है ऐसा क्यों पूछते हो? मैं कहा जी मेरे कोई दर्द नहीं, कोई स्टिफनेस नहीं, कोई खिंचाव नहीं, कुछ भी नहीं, मैं तो जैसे पहले नॉर्मल था वैसे हूँ। तब उसने एक बात बताई। उसने बोला हम नॉर्मली 18 से 20 मिनट का प्लान करते हैं, 15 मिनट का प्लान किया। मैं हैरान हूं कि आपका ऑपरेशन 13 मिनट में पूरा हो गया और मुझे पता भी नहीं चला कि मैं ऑपरेशन कब कर गया। एकदम से वो बात क्लिक कर गई कि गुरु जी को बोला था कि तुहाडे हथ काम करन, डॉक्टर के हथ काम ना करन। उन्होंने पता क्यों नहीं चलिया? क्योंकि गुरु जी ਉਹਦੇ शरीर ਦੇ ਵਿੱਚ आ गए सी ਤੇ ਆਪ ਉਹਦੇ ਸਰੀਰ ਦੀ ਇਸਤੇਮਾਲ ਕੀਤਾ, ਉਹਦੇ ਹੱਥਾਂ ਦਾ ਇਸਤੇਮਾਲ ਕੀਤਾ ਤੇ 13 ਮਿੰਟ ਵਿੱਚ ਗੁਰੂ ਹੀ ਕਰ ਸਕਦਾ ਸੀ। ਡਾਕਟਰ ਕੋਲ ਤਾਂ ਪਲਾਨ ਹੀ ਨਹੀਂ ਹੈਗਾ, ਜਿੰਨਾ ਟਾਈਮ ਲੱਗਣਾ ਉਹਨਾਂ ਟਾਈਮ ਤਾਂ ਲੱਗਣਾ। ਤਾਂ ਗੁਰੂ ਜੀ 13 ਮਿੰਟ ਵਿੱਚ ਕੰਮ ਕਰਕੇ ਤੇ ਕੰਮ ਮੁਕਾ, ਔਰ ਐਸਾ ਆਪਰੇਸ਼ਨ ਕੀਤਾ ਕੋਈ ਨਾ ਦਰਦ ਨਾ ਤਕਲੀਫ ਨਾ ਕੋਈ ਲੈਣਾ ਕੁਛ ਵੀ ਨਾ। ਸੋ ਇਸ ਤਰ੍ਹਾਂ ਗੁਰੂ ਜੀ ਆਉਂਦੇ ਨੇ, ਆਪਣਾ ਕੰਮ ਕਰ ਜਾਂਦੇ ਨੇ, ਮੌਜ ਹੈ ਉਹਨਾਂ ਦੀ। कौन आखे साहिब नूं ऐं नहीं ते इंज कर, ये कौन आखे? बस उन्हां दी मौज, उन्हां दी चाहत, उन्हां दी करनी, ये आपे ही करदे ने जो करना हुंदा हर किसी दे नाल। असीं फिकरां दे विच पै के सगों काम खराब कर लैने। गुरु जी फिर वेखदे ने, कहंदे हुणे अपना दिमाग चलाउंदा, अपणीਆਂ सोचां सोची ਜਾਂਦਾ है, अंदर प्लान करी जाता, ख्याल दसदा पिया ये हुण मैं किस तरह काम करा। इहदा अपने आप नूं जीरो करके, अपने आप नूं मिटा के, अपने आप दे ख्यालात दिमाग नूं रोक के गुरु जी वाले पासे ध्यान कर लो तो तां ही फिर गुरु जी काम करनगे। कोई बंदा काम करदा होवे या करना होवे, विच 2 बंदे आ जाण, मैं देखा करके इदा से इस तरह से जोड़ा असली जिन्होंने बुलाया सीगा वो काम कर सकता है, एक नॉर्मल नहीं कर सकता, तो गुरु महाराज किस तरह कर देंगे? इसे करके गुरु जी कहते सी जदों मेरे को तुसी आंदे हो ना तो अपना दिमाग जोड़ा ना वो जुत्तियां जिथे उतार दे उत्थे रख के आया करो। यह कहते होंदे सी। असी दिमाग बहुत चलाने, यह साडे विच एक वड्डा नुक्स है, दिमाग चलाउणा बंद कर देना चाहिए। नाल कहते सी, कहते दुनिया में पूरा दिमाग चलाओ, कारोबार च चलाओ, किते धोखा ना खा जाना, गलती ना कर जाना, दिमाग चलाओ। मेरे को आके इस चीज़ का परहेज करना तो मैं काम तुहाडा कर सकां, नहीं तो मैं रुकिया रहांगा। कदों तुसी खाली रखो तो मैं आके काम करा। सो इस करके ना इन्हां गल्लां दे तुसी ख्याल रखने। ये सब कुछ करते हैं, इन्हां दे रंग बड़े नवे नवे ने, इन्हां नूं देखदे रहो, जांचदे रहो, वेख के खुश होंदे रहो। उन्होंने उस तय च ना जाना कि इदा किदा कर सकते। हाँ इन्ना बहुत है कि करते ने वो ही कर सकते हैं, जो वो करते दुनिया ते कोई नहीं कर सकता। तानू महाराज तुसी उदां दे काम कर गए, इस तरह के काम करते हो कि जेड़े दुनिया ते कोई नहीं कर सकता वो तुसी कर गए। तो वाह गुरु जी, वाह गुरु जी, वाह गुरु जी करते रहो तो अपना बस मौजां करो। अज इन्ना ही मैं समा थोड़ा लवांगा। सो महाराज कृपा कर अगली बारी अज दे दिन की कसर जरूर कढ़ देंगे। गुरु महाराज ने कढ़नी, मैं कौन हुंदा, मैं कुछ नहीं करने वाला, ना हम किया ना करेंगे ना कर सके शरीर, जो किया सो हर किया।
भयो कबीर कबीर। तो ये बंदे तो एवं कहण वास्ते ही ने कि मैं करदा, मैं अगली बारी ये कर लाँगा, मैं वो कर लाँगा। सो मालक किरपा कर, सो तुहाडियां ਵੱਧ ਤੋਂ ਵੱਧ ਤੁਹਾਨੂੰ ਸੁਣਵਾਉਂਦੇ ਰਹਿਣ, ਸਾਤੋਂ ਬੁਲਵਾਉਂਦੇ ਰਹਿਣ, ਕਿਰਪਾ ਕਰ। ਜੈ ਗੁਰੂ ਜੀ।